हाँ जी, वाहिगुरू जी का खालसा वाहिगुरू जी की फतेह जी। स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ। ਦੋਸਤੋ, ਅੱਜ ਤੁਹਾਨੂੰ ਇੱਕ ਇਹੋ ਜੀ ਅਹਿਮ ਜਾਣਕਾਰੀ ਦੇਣ ਲੱਗੇ ਆ ਜਿਹੜੀ ਸ਼ਾਇਦ ਹੀ ਤੁਹਾਨੂੰ ਕਿਸੇ ਨੇ ਦਿੱਤੀ ਹੋਵੇ। ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਹੜੀ ਪਹਿਲੀ ਸਿੱਖ ਫੌਜ ਦੀ ਬਗਾਵਤ ਹੋਈ ਸੀ ਲਾਲਗੜ੍ਹ ਜੱਟਾਂ ਛਾਉਣੀ ਚੋਂ, ਉਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ, ਜਿਹਦੇ ਵਿੱਚ ਕਿ ਗੁਰਬਚਨ ਸਿੰਘ ਮਾਨੋ ਚਾਹਲ ਦੇ ਭਰਾ ਵੀ ਸ਼ਾਮਲ ਸਨ। ਸੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ, ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ। ਕਹਿੰਦੇ ਬਈ ਜਦੋਂ ਫੌਜ ਪੂਰੇ ਪੰਜਾਬ ਵਿੱਚ ਕਰਫਿਊ ਲਾ ਕੇ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਨਾਲ ਬੰਬਾਰੀ ਕਰ ਰਹੀ ਸੀ ਤਾਂ ਉਦੋਂ ਜਿਨ੍ਹਾਂ ਸਿੱਖ ਫੌਜੀਆਂ ਨੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਦੇ ਨਾਲ ਵਾਅਦਾ ਕੀਤਾ ਸੀ ਕਿ ਅਜਿਹਾ ਮੌਕਾ ਆਉਣ ਤੇ ਅਸੀਂ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ, ਉਹਨਾਂ ਦੇ ਹਾਲਾਤ ਤੇ ਚਾਨਣਾ ਪਾਉਣਾ ਜ਼ਰੂਰੀ ਹੈ। ਅਸਲ ਵਿੱਚ ਹਾਕਮ ਸਿੱਖ ਕੌਮ ਤੇ ਜੋ ਹਮਲਾ ਕਰਨ ਜਾ ਰਹੇ ਸਨ ਉਸ ਦੇ ਨਾਲ ਉਹਨਾਂ ਦੇ ਪਾਪ ਅੰਦਰੋਂ ਕੰਬ ਰਹੇ ਸਨ ਅਤੇ ਉਹ ਸਿੱਖ ਫੌਜਾਂ ਨੂੰ ਇਹ ਸਾਰੇ ਘਟਨਾਕ੍ਰਮ ਤੋਂ ਅਣਜਾਣ ਰੱਖਣ ਲਈ ਯਤਨਸ਼ੀਲ ਸਨ। ਜਿੱਥੋਂ ਤੱਕ ਲਾਲਗੜ੍ਹ ਜੱਟਾਂ ਦੀ ਛਾਉਣੀ ਵਿੱਚ ਬੈਠੀ 9 ਸਿੱਖ ਰੈਜੀਮੈਂਟ ਦਾ ਸਵਾਲ ਹੈ, ਇਹਨਾਂ ਨੂੰ 30 ਮਈ ਤੋਂ ਹੀ ਨਿਹੱਥੇ ਕਰਕੇ ਫਾਲਤੂ ਹੀ ਮਸ਼ੱਕਤ ਵਿੱਚ ਅੜਧਾ ਦਿੱਤਾ ਗਿਆ। ਸਭ ਤੋਂ ਪਹਿਲਾਂ ਇਹਨਾਂ ਸਿੱਖ ਫੌਜੀਆਂ ਨੂੰ 30 ਮਈ ਨੂੰ ਜੈਸਲਮੇਰ ਬਾਰਡਰ ਤੇ ਮੋਰਚੇ ਪੁੱਟਣ ਲਈ ਭੇਜ ਦਿੱਤਾ ਗਿਆ। ਉੱਥੇ ਮੋਰਚੇ ਪੁੱਟਣ ਪਿੱਛੋਂ ਬੀਕਾਨੇਰ, ਫਿਰ ਛਤਰਗੜ੍ਹ, ਫਿਰ ਕੜਸਾਨਾ ਆਦਿ ਜ਼ਿਲ੍ਹਿਆਂ ਵਿੱਚ ਭੇਜਤਾ। ਇਸ ਤਰ੍ਹਾਂ 30 ਮਈ ਤੋਂ ਲੈ ਕੇ 6 ਜੂਨ ਤੱਕ ਇਹਨਾਂ ਸਿੱਖ ਫੌਜੀਆਂ ਨੂੰ ਨਾ ਤਾਂ ਸਾਹ ਲੈਣ ਦਿੱਤਾ ਗਿਆ ਤੇ ਨਾ ਹੀ ਪੰਜਾਬ ਦੀ ਕੋਈ ਖਬਰ ਇਹਨਾਂ ਤੱਕ ਪਹੁੰਚਣ ਦਿੱਤੀ ਗਈ। ਕਹਿੰਦਾ 6 ਜੂਨ ਸ਼ਾਮ ਤੱਕ ਜਦੋਂ ਹਾਕਮਾਂ ਅਨੁਸਾਰ ਸ਼੍ਰੀ ਹਰਮੰਦਰ ਸਾਹਿਬ ਉੱਤੇ ਪੂਰਨ ਤੌਰ ਤੇ ਸਰਕਾਰੀ ਕੰਟਰੋਲ ਹੋ ਗਿਆ ਤਾਂ ਫਿਰ ਇਹ ਸਿੱਖ ਯੂਨਿਟ ਵਾਪਸ ਲਾਲਗੜ੍ਹ ਜੱਟਾਂ ਛਾਉਣੀ ਵਿੱਚ ਲਿਆਂਦੀ ਗਈ। 6 ਜੂਨ ਨੂੰ ਉਦੋਂ ਇਹ ਸਾਰੇ ਸਿੱਖ ਫੌਜੀ ਛਾਉਣੀ ਵਿੱਚ ਵਾਪਸ ਪਹੁੰਚੇ ਤਾਂ ਉਦੋਂ ਤੱਕ ਰਾਤ ਦੇ 11:30 ਵੱਜ ਚੁੱਕੇ ਸਨ। ਇਹਨਾਂ ਸਿੱਖ ਫੌਜੀਆਂ ਨੂੰ ਅਗਲੇ ਦਿਨ ਸਵੇਰੇ 6 ਵਜੇ ਹੀ ਫੇਰ ਪਰੇਡ ਵਿੱਚ ਬੁਲਾ ਲਿਆ ਗਿਆ। ਇਸ ਤਰ੍ਹਾਂ ਹਾਕਮਾਂ ਦੇ ਵਫਾਦਾਰ ਕਰਿੰਦੇ ਸ਼ਾਇਦ ਨਿਸ਼ਚਿੰਤ ਹੋ ਗਏ ਕਿ ਅਸੀਂ ਖਤਰੇ ਵਾਲਾ ਸਮਾਂ ਲੰਘਾ ਦਿੱਤਾ ਹੈ। ਪਰ ਜਿਹੜੀ ਖਬਰ ਹਾਕਮ ਇਹਨਾਂ ਸਿੱਖ ਫੌਜੀਆਂ ਤੋਂ ਲੁਕਾ ਕੇ ਰੱਖਣ ਲਈ ਇੰਨਾ ਜ਼ੋਰ ਲਾ ਰਹੇ ਸਨ, ਇਹ ਅਖੀਰ ਤਾਂ ਉਹਨਾਂ ਤੱਕ ਪਹੁੰਚਣੀ ਸੀ। ਕੰਪਨੀ ਦੇ ਅੰਦਰ ਸੂਬੇਦਾਰ ਅਵਤਾਰ ਸਿੰਘ ਦੇ ਕੋਲ ਰੇਡੀਓ ਸੀ, ਜਿਸ ਤੋਂ ਉਸਨੇ BBC ਤੋਂ ਖਬਰਾਂ ਸੁਣੀ ਤਾਂ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਅਤੇ ਸੰਤਾਂ ਸਮੇਤ ਹਜ਼ਾਰਾਂ ਸਿੰਘਾਂ ਦੀ ਸ਼ਹਾਦਤਾਂ ਦਾ ਪਤਾ ਲੱਗਾ। ਕਹਿੰਦਾ ਉਸਨੇ ਤੈਸ਼ 'ਚ ਆ ਕੇ ਹਾਕਮਾਂ ਅਤੇ ਆਪਣੇ ਉੱਚ ਅਫਸਰਾਂ ਨੂੰ ਇੱਕ ਗਾਲ ਕੱਢੀ ਅਤੇ ਕਿਹਾ ਕਿ ਆਪਣੀ ਇਹ ਕਰਤੂਤ ਲੁਕਾਉਣ ਲਈ ਇਹਨਾਂ ਨੇ ਸਾਨੂੰ 7 ਦਿਨਾਂ ਤੋਂ ਉਲਝਾਈ ਰੱਖਿਆ ਤੇ ਖਬਰ ਜੰਗਲ ਦੀ ਅੱਗ ਵਾਂਗ ਫੈਲਣ ਲੱਗ ਪਈ। ਬਾਬਾ ਮਾਨੋ ਚਾਹਲ ਦੇ ਭਰਾ ਤਰਲੋਚਨ ਸਿੰਘ ਨੇ ਬਾਬਾ ਜੀ ਦੀ ਹਦਾਇਤ ਦੇ ਅਨੁਸਾਰ ਆਪਣੀ ਪਤਨੀ ਨੂੰ ਲੈ ਕੇ ਆਉਣ ਲਈ ਕੁਆਟਰ ਲਈ ਅਰਜ਼ੀ ਦੇ ਦਿੱਤੀ ਸੀ, ਜੋ ਕਿ ਮਨਜ਼ੂਰ ਕਰ ਲਈ ਗਈ ਸੀ ਤੇ ਤਰਲੋਚਨ ਸਿੰਘ ਦੀ ਪਤਨੀ ਹੁਣ ਉਸ ਦੇ ਨਾਲ ਹੀ ਛਾਉਣੀ ਵਿਚਲੇ ਕੁਆਟਰ 'ਚ ਰਹਿ ਰਹੀ ਸੀ। ਤਰਲੋਚਨ ਸਿੰਘ ਜਦੋਂ ਪਰੇਡ ਤੋਂ ਵਿਹਲਾ ਹੋ ਕੇ ਕੁਆਟਰ 'ਚ ਗਿਆ ਤਾਂ ਉਸ ਦੀ ਸਿੰਘਣੀ ਕਸ਼ਮੀਰ ਕੌਰ ਰੋ ਰਹੀ ਸੀ ਵਿਚਾਰੀ। ਕੀ ਹੋਇਆ? ਤਰਲੋਚਨ ਸਿੰਘ ਨੇ ਪੁੱਛਿਆ। ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਤੇ ਹਮਲਾ ਕਰਤਾ, ਬੀਬੀ ਕਸ਼ਮੀਰ ਕੌਰ ਨੇ ਕਿਹਾ। ਉਹ ਅਜੇ ਕੋਈ ਪੱਕੀ ਖਬਰ ਨਹੀਂ ਆਈ, ਅਫਵਾਹਾਂ ਵੀ ਫੈਲਦੀਆਂ ਨੇ। ਤਰਲੋਚਨ ਸਿੰਘ ਨੇ ਦਿਲਾਸਾ ਦੇਣ ਦਾ ਯਤਨ ਕੀਤਾ ਪਰ ਉਸ ਨੂੰ ਖੁਦ ਵੀ ਮਹਿਸੂਸ ਹੋ ਰਿਹਾ ਸੀ ਕਿ ਭਾਣਾ ਵਰਤ ਚੁੱਕਾ ਹੈ। ਕੁਝ ਸਮੇਂ ਬਾਅਦ ਤਰਲੋਚਨ ਸਿੰਘ ਜਦੋਂ ਬਾਹਰ ਆਇਆ ਤਾਂ ਹੌਲਦਾਰ ਗਿਆਨ ਸਿੰਘ ਨੇ ਉਸ ਨੂੰ ਆਵਾਜ਼ ਮਾਰੀ, ਓਏ ਪੀਟੀ ਇੱਧਰ ਆ। ਤਰਲੋਚਨ ਸਿੰਘ ਉਸ ਦੇ ਕੋਲ ਪਹੁੰਚਿਆ ਤਾਂ ਹੌਲਦਾਰ ਨੇ ਤੈਸ਼ 'ਚ ਕਿਹਾ, ਓਏ ਨਰੜ ਗਿਆਨੀਓ, ਕੜਾਹ ਖਾ ਗਏ ਹੋ ਸਾਰਾ। ਅੱਜ ਜਦੋਂ ਦਰਬਾਰ ਸਾਹਿਬ ਤੇ ਭੀੜ ਬਣੀ ਆ ਤਾਂ ਤੁਹਾਡਾ ਕੀ ਸਟੈਂਡ ਹੈ? ਕੀ ਪ੍ਰੋਟੈਸਟ ਹੈ ਤੁਹਾਡਾ? ਹੌਲਦਾਰ ਗਿਆਨ ਸਿੰਘ ਸਪੋਰਟਸ 'ਚ ਏਸ਼ੀਆ ਦਾ ਦੜਾਕ ਸੀ। ਤਰਲੋਚਨ ਸਿੰਘ ਕਹਿੰਦਾ, ਅਸੀਂ ਇਕੱਲੇ ਕੀ ਕਰ ਸਕਦੇ ਹਾਂ, ਅਸੀਂ ਤੁਹਾਡੇ ਨਾਲ ਆ, ਕਰੋ ਕੁਝ। ਤੂੰ ਐਂ ਕਰ, ਕੁਆਟਰ ਗਾਰਡ ਜਿੱਥੇ ਹਥਿਆਰ ਅਤੇ ਗੋਲੀ ਸਿੱਕਾ ਪਿਆ ਹੁੰਦਾ ਹੈ ਉਹਦੇ 'ਚ ਮੇਰੀ ਡਿਊਟੀ ਲਾ। ਹੌਲਦਾਰ ਕਹਿੰਦਾ। ਤਰਲੋਚਨ ਸਿੰਘ ਦੇ ਕੋਲ ਆਰਜੀ ਤੌਰ ਤੇ ਡਿਊਟੀਆਂ ਲਾਉਣ ਦਾ ਚਾਰਜ, ਕਿਉਂਕਿ ਜਿਹੜਾ ਇਹ ਡਿਊਟੀ ਨਿਭਾਉਣ ਵਾਲਾ ਰਨਰ ਸੀ ਉਹ 10 ਦਿਨ ਦੀ ਛੁੱਟੀ ਤੇ ਗਿਆ ਹੋਇਆ ਸੀ। ਇਹ ਸੁਣ ਕੇ ਤਰਲੋਚਨ ਸਿੰਘ ਨੇ ਕਿਹਾ ਕਿ ਫੌਜੀ ਨਿਯਮਾਂ ਦੇ ਮੁਤਾਬਕ ਤੁਹਾਡੀ ਡਿਊਟੀ ਤਾਂ ਲੱਗ ਨਹੀਂ ਸਕਦੀ, ਕਿਉਂਕਿ ਫੌਜੀ ਨਿਯਮਾਂ ਦੇ ਮੁਤਾਬਕ ਖਿਡਾਰੀਆਂ ਦੀ ਕੋਈ ਵੀ ਡਿਊਟੀ ਨਹੀਂ ਲਾਈ ਜਾਂਦੀ ਤੇ ਨਾ ਹੀ ਉਹਨਾਂ ਨੂੰ ਕਿਸੇ ਮੋਰਚੇ ਤੇ ਭੇਜਿਆ ਜਾਂਦਾ। ਹੌਲਦਾਰ ਗਿਆਨ ਸਿੰਘ ਕਹਿੰਦਾ, ਜਦੋਂ ਮੈਂ ਖੁਦ ਕਹਿ ਰਿਹਾ ਵੀ ਮੇਰੀ ਡਿਊਟੀ ਲਾ, ਫਿਰ ਤੂੰ ਕਿਉਂ ਝੱਕਦਾ? ਤੂੰ ਲਾ ਮੇਰੀ ਡਿਊਟੀ ਤੇ ਮੇਰੇ ਨਾਲ ਉਹਨਾਂ ਜਵਾਨਾਂ ਦੀ ਡਿਊਟੀ ਲਾਈ ਜਿਨ੍ਹਾਂ ਦੀ ਲਿਸਟ ਮੈਂ ਤੈਨੂੰ ਹੁਣੇ ਦਿੰਦਾ। ਕੁਛ ਵਿੱਚ ਹੌਲਦਾਰ ਬੋਲੀ ਗਿਆ
ਫਿਰ ਉਸਨੇ ਗੱਲ ਕਰਕੇ ਆਪਣੇ ਨਾਲ 6 ਜਵਾਨ ਤਿਆਰ ਕੀਤੇ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ। ਕਾਰਦ ਕਮਾਂਡਰ ਕਹਿੰਦੇ ਖੁਦ ਗਿਆਨ ਸਿੰਘ ਹੌਲਦਾਰ ਸੀ। ਸੈਕੰਡ ਕਮਾਂਡਰ ਰਣਬੀਰ ਸਿੰਘ, ਸਿਪਾਹੀ ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਦੋਵੇਂ ਭਰਾ ਮੁਦਕੀ ਤੋਂ ਸੀ, ਪ੍ਰਗਟ ਸਿੰਘ ਤੇ ਸ਼ਿੰਗਾਰਾ ਸਿੰਘ। ਕੰਪਨੀ ਹੌਲਦਾਰ ਨੇ ਜਦੋਂ ਡਿਊਟੀਆਂ ਦੀ ਲਿਸਟ ਵੇਖੀ ਤਾਂ ਉਸਨੇ ਤਰਲੋਚਨ ਸਿੰਘ ਨੂੰ ਸੱਦ ਲਿਆ। ਆਹ ਗਿਆਨ ਸਿੰਘ ਦੀ ਡਿਊਟੀ ਕਿਉਂ ਲਾਈ ਆ? ਖਿਡਾਰੀਆਂ ਦੀ ਡਿਊਟੀ ਤਾਂ ਲੱਗਦੀ ਨਹੀਂ, ਉਸਨੇ ਕਿਹਾ। ਸਰ, ਉਹਨਾਂ ਨੇ ਆਪ ਕਹਿ ਕੇ ਲਵਾਈ ਹੈ। ਕੰਪਨੀ ਹੌਲਦਾਰ ਨੇ ਗਿਆਨ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਖੁਦ ਹੀ ਕਹਿ ਕੇ ਡਿਊਟੀ ਲਵਾਉਣ ਦੀ ਗੱਲ ਕਰਦਿਆਂ ਆਖਿਆ, ਯੂਨਿਟ 'ਚ ਮੇਰੀ ਇਹ ਪਹਿਲੀ ਤੇ ਆਖਰੀ ਡਿਊਟੀ ਹੋਵੇਗੀ। ਕੰਪਨੀ ਹੌਲਦਾਰ ਗਿਆਨ ਸਿੰਘ ਦੀ ਇਹ ਗੁੱਝੀ ਰਮਜ ਨਾ ਸਮਝ ਸਕਿਆ। ਇਸ ਤਰ੍ਹਾਂ ਗੋਲੀ ਸਿੱਕੇ ਤੇ ਬੀ ਕੰਪਨੀ ਦੀ ਡਿਊਟੀ ਲਾ ਦਿੱਤੀ ਗਈ। ਤਰਲੋਚਨ ਸਿੰਘ ਉੱਥੋਂ ਬਾਹਰ ਨਿਕਲਿਆ ਤਾਂ ਉੱਥੇ ਉਸ ਨੂੰ ਗਿਆਨੀ ਜਸਪਾਲ ਸਿੰਘ ਅਤੇ ਜੋਰਾ ਸਿੰਘ ਕਿਸ਼ਨਪੁਰਾ ਮਿਲ ਗਏ। ਦਰਬਾਰ ਸਾਹਿਬ ਤੇ ਹੋਏ ਹਮਲੇ ਦੀਆਂ ਗੱਲਾਂ ਕਰਦੇ ਜਜ਼ਬਾਤੀ ਹੋਏ ਉਹ ਉਸ ਵੇਲੇ ਗੁਰਦੁਆਰਾ ਸਾਹਿਬ ਪਹੁੰਚ ਗਏ। ਉੱਥੇ ਜੋਗਾ ਸਿੰਘ ਵੀ ਪਹੁੰਚ ਗਿਆ ਤੇ ਫਿਰ ਇੱਕ ਹੋਰ ਸਿੰਘ ਆ ਗਿਆ। 5 ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਸਿੱਖ ਹੋਣ ਦੇ ਨਾਤੇ ਕੁਝ ਕਰਨ ਦਾ ਮਤਾ ਪਕਾਇਆ ਤੇ ਫਿਰ 5 ਨੇ ਹੀ ਇਸ ਮਕਸਦ ਲਈ ਹੋਰ ਜਵਾਨਾਂ ਨੂੰ ਆਪਣੇ ਨਾਲ ਤਿਆਰ ਕਰਨ ਲਈ ਵੱਖੋ ਵੱਖਰੀਆਂ ਕੰਪਨੀਆਂ 'ਚ ਜ਼ਿੰਮੇਵਾਰੀਆਂ ਸੰਭਾਲਣ ਦਾ ਮਤਾ ਪਕਾਇਆ। ਫਿਰ 5 ਨੇ ਹੀ ਮਿਲ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਚੱਕੀ ਗਈ ਸਹੁੰ ਦੀ ਲਾਜ ਰੱਖਣ ਲਈ ਅਸੀਂ ਜੋ ਕਰਨ ਜਾ ਰਹੇ ਹਾਂ, ਇਸ ਵਿੱਚ ਆਪ ਜੀ ਅੰਗ ਸੰਗ ਸਹਾਈ ਹੋਣਾ ਤੇ ਸਾਥ ਦੇਣਾ। ਤੇ ਫਿਰ ਦੁਪਹਿਰੇ 2:30 ਵਜੇ ਦੂਜੀ ਮੀਟਿੰਗ ਕਰਨ ਦਾ ਮਤਾ ਪਕਾ ਕੇ 5 ਹੀ ਸਿੰਘ ਆਪੋ ਆਪਣੀ ਕੰਪਨੀ ਦੇ ਹੋਰ ਸਿੰਘਾਂ ਨੂੰ ਤਿਆਰ ਕਰਨ ਲਈ ਖਿੰਡ ਗਏ। 2:30 ਵਜੇ ਦੀ ਮੀਟਿੰਗ ਵਿੱਚ 50-60 ਸਿੰਘ ਸ਼ਾਮਲ ਹੋਏ ਤੇ ਫਿਰ ਹੋਰ ਸਿੰਘਾਂ ਨੂੰ ਤਿਆਰ ਕਰਕੇ ਅਗਲੀ ਮੀਟਿੰਗ ਕਹਿੰਦੇ ਵੀ 4 ਵਜੇ ਰੱਖ ਲਈ ਗਈ। ਹੁਣ ਤੱਕ ਹਾਕੀ ਕਪਤਾਨ ਗਲਜਾਰ ਸਿੰਘ ਵੀ ਇਸ ਵਿੱਚ ਸ਼ਾਮਲ ਹੋ ਚੁੱਕਾ ਸੀ। ਹੁਣ ਚੱਲ ਰਹੀ ਸਰਗਰਮੀ ਦੀ ਭਿਣਕ ਹੌਲਦਾਰ ਅਰੋੜ ਸਿੰਘ ਅਤੇ ਕੁਲਵੰਤ ਸਿੰਘ ਨੂੰ ਵੀ ਪੈ ਚੁੱਕੀ ਸੀ, ਪਰ ਉਹਨਾਂ ਨੇ ਇਸ ਦੀ ਰਿਪੋਰਟ ਅੱਗੇ ਨਹੀਂ ਸੀ ਕੀਤੀ। 4 ਵਜੇ ਦੀ ਮੀਟਿੰਗ 'ਚ 125 ਦੇ ਕਰੀਬ ਸਿੰਘ ਸ਼ਾਮਲ ਹੋਏ। ਸਾਰੇ ਹੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਮਰਨ ਮਾਰਨ ਲਈ ਤਿਆਰ, ਸਿਰਾਂ ਤੇ ਖੱਫਣ ਬਣ ਕੇ ਆਏ ਸਨ। ਗਿਣਤੀ ਵਧਣ ਦੇ ਨਾਲ ਉਤਸ਼ਾਹ ਵੀ ਵਧਦਾ ਜਾ ਰਿਹਾ ਸੀ। ਕਹਿੰਦਾ ਹੁਣ ਸਲਾਹ ਹੋਈ ਕਿ ਹਥਿਆਰ ਤੇ ਗੋਲੀ ਸਿੱਕਾ ਤਾਂ ਇੱਕ ਕਿਸਮ ਦਾ ਆਪਣੇ ਹੀ ਅੰਡਰ ਹੈ, ਪਰ ਗੱਡੀਆਂ ਦਾ ਪ੍ਰਬੰਧ ਅਜੇ ਆਪਣੇ ਕੋਲ ਨਹੀਂ ਹੈ। ਫੌਜੀ ਗੱਡੀਆਂ ਦਾ ਇੰਚਾਰਜ MT ਮਕੈਨੀਕਲ ਟਰਾਂਸਪੋਰਟ ਹੌਲਦਾਰ ਗੁਰਮੇਜ ਸਿੰਘ ਨੌਰੰਗਾਬਾਦ ਸੀ। ਉਸਦੇ ਰਾਧਾ ਸੁਆਮੀ ਹੋਣ ਕਾਰਨ ਸਾਰੇ ਜਵਾਨਾਂ ਨੂੰ ਖਦਸ਼ਾ ਸੀ ਕਿ ਉਹ ਇਸ ਪਵਿੱਤਰ ਮਕਸਦ ਲਈ ਮਦਦ ਦੇਣ ਲਈ ਤਿਆਰ ਨਹੀਂ ਹੋਵੇਗਾ। ਫੇਰ ਵੀ ਇਸ ਲਈ ਯਤਨ ਕਰਨਾ ਤਾਂ ਜ਼ਰੂਰੀ ਸੀ। ਸਿੰਘਾਂ ਨੇ ਇਹ ਯਤਨ ਕੀਤਾ ਤੇ ਇਕੱਠੇ ਹੋ ਕੇ ਗੁਰਮੇਜ ਸਿੰਘ ਨੌਰੰਗਾਬਾਦ ਕੋਲ ਗਏ। ਉਸ ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਬਾਰੇ ਦੱਸਿਆ, ਹੁਣ ਸ਼ੁਰੂ ਹੋਣ ਜਾ ਰਹੇ ਆਪਰੇਸ਼ਨ ਵੁੱਡਰੋਜ਼ ਬਾਰੇ ਵੀ ਦੱਸਿਆ ਤੇ ਕੌਮ ਦੇ ਹੋਏ ਇਸ ਹਮਲੇ ਦਾ ਮੂੰਹ ਤੋੜਨ ਲਈ ਉਸ ਤੋਂ ਗੱਡੀਆਂ ਦੀ ਮਦਦ ਮੰਗੀ। ਉਸ ਨੂੰ ਕਿਹਾ ਗਿਆ ਕਿ ਕਿਸੇ ਵੇਲੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਲਈ ਇਸੇ ਰਾਜਸਥਾਨ ਦੀ ਧਰਤੀ ਤੋਂ ਸੁੱਖਾ ਸਿੰਘ, ਮਹਿਤਾਬ ਸਿੰਘ ਤੁਰੇ ਸਨ। ਹੁਣ ਜ਼ਿੰਮੇਵਾਰੀ ਸਾਡੇ ਸਿਰ ਹੈ। ਹੌਲਦਾਰ ਗੁਰਮੇਜ ਸਿੰਘ ਨੇ ਸਾਰਾ ਬਿਰਤਾਂਤ ਸੁਣ ਕੇ ਕਿਹਾ, 1 ਮਿੰਟ ਰੁਕੋ, ਤੇ ਫਿਰ ਉਸਨੇ ਸੀਟੀ ਮਾਰ ਕੇ ਆਪਣੇ ਅਧੀਨ ਸਾਰੇ ਡਰਾਈਵਰ ਬਾਹਰ ਕੱਢ ਲਏ। ਗੱਡੀਆਂ ਮੰਗਣ ਆਏ ਸਿੰਘ ਹੈਰਾਨ ਹੋ ਕੇ ਸਾਰਾ ਕੁਝ ਵੇਖ ਰਹੇ ਸਨ ਕਿ ਸ਼ਾਇਦ ਇਹ ਡਰਾਈਵਰਾਂ ਨੂੰ ਗੱਡੀਆਂ ਕਿਸੇ ਵੀ ਹਾਲਤ ਵਿੱਚ ਨਾ ਦੇਣ ਬਾਰੇ ਕੋਈ ਹਦਾਇਤ ਕਰਨ ਲੱਗਾ ਹੈ। ਪਰ ਹਵਲਦਾਰ ਗੁਰਮੇਜ ਸਿੰਘ ਨੇ ਜੋ ਸ਼ਬਦ ਕਹੇ ਉਹ ਅੱਜ ਵੀ ਧਰਮੀ ਫੌਜੀ ਸਿੰਘਾਂ ਨੂੰ ਯਾਦ ਹਨ। ਉਸ ਨੇ ਆਪਣੇ ਅਧੀਨ ਡਰਾਈਵਰਾਂ ਨੂੰ ਵੰਗਾਰ ਪਾਉਂਦੇ ਹੋਏ ਆਖਿਆ, ਜਵਾਨੋ, ਸਾਡੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਖਤਰੇ ਵਿੱਚ ਹੈ। ਸਿੱਖੀ ਸਾਨੂੰ ਵੰਗਾਰ ਪਾ ਰਹੀ ਹੈ। ਅੱਜ ਬਾਬਾ ਦੀਪ ਸਿੰਘ ਵਾਂਗ ਸਿਰ ਤਲੀ ਤੇ ਧਰ ਕੇ ਦਰਬਾਰ ਸਾਹਿਬ ਵੱਲ ਤੁਰਨਾ ਪੈਣਾ। ਇਹ ਕਹਿੰਦੇ ਹੋਏ ਹੌਲਦਾਰ ਗੁਰਮੇਜ ਸਿੰਘ ਨੇ ਇੱਕ ਲੀਕ ਖਿੱਚ ਦਿੱਤੀ ਤੇ ਵੰਗਾਰਿਆ ਬਈ ਜਿਸ ਨੂੰ ਮਰਨ ਤੋਂ ਡਰ ਲੱਗਦਾ ਉਹ ਇਹ ਲੀਕ ਨਾ ਟੱਪੇ। ਤੇ ਇਹ ਕਹਿੰਦਾ ਹੋਇਆ ਸਭ ਤੋਂ ਪਹਿਲਾਂ ਕਹਿੰਦੇ ਉਹ ਖੁਦ ਇਹ ਲਕੀਰ ਟੱਪ ਗਿਆ। ਜੋਸ਼ 'ਚ ਜਕਾਰੇ ਛੱਡਦੇ ਸਾਰੇ ਜਵਾਨ ਛਾਲਾ ਮਾਰ ਕੇ ਉਹ ਲੀਕ ਟੱਪ ਗਏ ਤੇ ਲਾਲਗੜ੍ਹ ਜੱਟਾਂ ਦੀ ਇਹ ਫੌਜੀ ਛਾਉਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਨਾਲ ਗੂੰਜ ਉੱਠੀ। ਹੌਲਦਾਰ ਗੁਰਮੇਜ ਸਿੰਘ ਨੇ ਆਪਣੇ ਡਰਾਈਵਰਾਂ ਨੂੰ ਹਦਾਇਤ ਦਿੱਤੀ ਵੀ MT ਯਾਰਡ ਦੇ ਜਿੰਦਰੇ ਤੋੜ ਕੇ ਆਪੋ ਆਪਣੀਆਂ ਗੱਡੀਆਂ 'ਚ ਪੈਟਰੋਲ ਤੇ ਡੀਜ਼ਲ ਭਰ ਲਓ। ਜੋਸ਼ 'ਚ ਕਹਿੰਦੇ ਪਲਾਂਗਾ ਪੱਟ ਦੇ ਜਵਾਨ MT ਯਾਰਡ ਮਕੈਨੀਕਲ ਟਰਾਂਸਪੋਰਟ ਯਾਰਡ ਵੱਲ ਨੂੰ ਤੁਰ ਪਏ ਤੇ ਮਿੰਟਾਂ 'ਚ ਹੀ ਆਪੋ ਆਪਣੀਆਂ ਗੱਡੀਆਂ 'ਚ ਤੇਲ ਭਰਨਾ ਆਰੰਭ ਕਰ ਦਿੱਤਾ। ਹੁਣ ਇੱਕ ਵਿਚਾਰ ਆਇਆ ਵੀ ਇਹ ਲੋਕ ਸਾਨੂੰ 12 ਵਜੇ ਦਾ ਨਾਂ ਲੈ ਕੇ ਮਖੌਲ ਕਰਦੇ ਨੇ, ਆਪਾਂ ਧਾਵਾ ਪੂਰੇ 12 ਵਜੇ ਹੀ ਬੋਲੀਏ ਤੇ ਇਹਨਾਂ ਨੂੰ ਦੱਸ ਦਈਏ ਵੀ ਸਿੰਘਾਂ ਦੇ 12 ਕਿਵੇਂ ਵੱਜਦੇ ਹੁੰਦੇ ਨੇ। ਇਸ ਫੈਸਲੇ ਤੇ ਮੋਹਰ ਲੱਗ ਗਈ। ਐਨੇ ਨੂੰ ਸਾਹਮਣੇ ਤੋਂ RP ਹੌਲਦਾਰ ਆਉਂਦਾ ਨਜ਼ਰੀ ਪਿਆ
ਤਾਂ ਸਿੰਘਾਂ ਨੇ ਆਪੋ ਵਿੱਚ ਇਸ਼ਾਰਾ ਕਰਕੇ ਚੁੱਪ ਰਹਿਣ ਦੀਆਂ ਹਦਾਇਤਾਂ ਇੱਕ ਦੂਜੇ ਨੂੰ ਦਿੱਤੀਆਂ। ਫੌਜ ਵਿੱਚ ਆਰਪੀ ਦਾ ਭਾਵ ਰੈਜੀਮੈਂਟ ਪੁਲਿਸ ਹੁੰਦਾ ਹੈ, ਜੋ ਕਿ ਅੰਦਰੂਨੀ ਗਤੀਵਿਧੀਆਂ ਦੀ ਰਿਪੋਰਟ ਉੱਪਰ ਪਹੁੰਚਾਉਣ ਦਾ ਕੰਮ ਕਰਦੀ ਹੈ। ਇਸ ਲਈ ਹਰੇਕ ਗਤੀਵਿਧੀ ਦੀ ਰਿਪੋਰਟ ਉੱਪਰਲੇ ਅਫਸਰਾਂ ਤੱਕ ਪਹੁੰਚਾਣੀ ਉਹਨਾਂ ਦੀ ਡਿਊਟੀ ਸੀ ਤੇ ਸਾਰੇ ਹੀ ਜਵਾਨ ਚੁੱਪ ਕਰਕੇ ਉੱਥੋਂ ਦੂਜੇ ਪਾਸੇ ਨੂੰ ਤੁਰ ਪਏ। ਆਰਪੀ ਹੌਲਦਾਰ ਪਹਿਲਾਂ ਉਹਨਾਂ ਵੱਲ ਵੇਖਦਾ ਰਿਹਾ ਤੇ ਫਿਰ ਉਸਨੇ ਆਵਾਜ਼ ਮਾਰੀ, "ਉਹ ਗਿਆਨੀਓ।" ਸਾਰੇ ਜਵਾਨ ਰੁਕ ਕੇ ਉਸਦੇ ਵੱਲ ਵੇਖਣ ਲੱਗੇ। ਉਹ ਅੱਗੇ ਕਹਿਣ ਲੱਗਾ ਵੀ ਜਿਹੜੀ ਖਿਚੜੀ ਤੁਸੀਂ ਪਕਾ ਰਹੇ ਹੋ ਨਾ, ਸਾਨੂੰ ਉਹਦੇ ਬਾਰੇ ਸਭ ਕੁਝ ਪਤਾ ਹੈ। ਇਹ ਸੁਣ ਕੇ ਸਾਰੇ ਜਵਾਨ ਇਹ ਸੋਚਣ ਲੱਗੇ ਕਿ ਬਈ ਕੰਮ ਖਰਾਬ ਹੋ ਗਿਆ। ਪਰ ਆਰਪੀ ਹੌਲਦਾਰ ਨੇ ਆਪਣੀ ਗੱਲ ਇਸ ਤਰ੍ਹਾਂ ਪੂਰੀ ਕੀਤੀ, "ਪਰ ਅਸੀਂ ਇਹ ਰਿਪੋਰਟ ਉੱਪਰ ਨਹੀਂ ਕੀਤੀ ਤੇ ਨਾ ਹੀ ਕਰਨੀ ਹੈ, ਪਰ ਅਸੀਂ ਵੀ ਨਾਲ ਜਾਣਾ ਹੈ, ਕਿਤੇ ਚੁੱਪ ਕਰਕੇ ਤੁਸੀਂ ਇਕੱਲੇ ਹੀ ਨਾ ਲੰਘ ਜਿਓ।" ਕਹਿੰਦਾ। ਇਹ ਸ਼ਬਦ ਸੁਣਦਿਆਂ ਹੀ ਸਾਰੇ ਜਵਾਨਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ, ਕਿਉਂਕਿ ਜਿੱਥੋਂ ਰਿਪੋਰਟ ਹੋਣ ਦਾ ਖਤਰਾ ਸੀ ਉਹ ਵੀ ਇਸ ਧਰਮ ਦੇ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਆ ਖਲੋਤੇ ਸਨ। ਸਿੰਘਾਂ ਨੇ ਜਕਾਰੇ ਛੱਡੇ। ਐਨੇ ਨੂੰ ਰਾਤ ਦੀ ਰੋਟੀ ਦੀ ਘੰਟੀ ਵੱਜ ਗਈ, ਪਰ ਅੱਜ ਤਾਂ ਕਿਸੇ ਮੈਸ ਵਿੱਚ ਵੀ ਰੋਟੀ ਤਿਆਰ ਹੀ ਨਹੀਂ ਸੀ ਕੀਤੀ। ਹੁਣ ਇਹ ਕੰਸੋ ਕੁਝ ਧਰਮ ਵਿਹੂਣੇ ਲੋਕਾਂ ਤੱਕ ਵੀ ਪਹੁੰਚਣੀ ਸ਼ੁਰੂ ਹੋ ਗਈ। ਹੌਲਦਾਰ ਕਰਮ ਸਿੰਘ ਨੇ ਕੰਪਨੀ ਹੌਲਦਾਰ ਸਤਨਾਮ ਸਿੰਘ ਨੂੰ ਰਿਪੋਰਟ ਦਿੱਤੀ, ਬਈ ਸਰ ਜਵਾਨ ਸੌਂ ਨਹੀਂ ਰਹੇ ਅਤੇ ਇੱਧਰ ਉੱਧਰ ਨੂੰ ਤੁਰੇ ਫਿਰਦੇ ਨੇ, ਗੁਰਦੁਆਰੇ ਵੱਲ ਤੁਰੇ ਜਾ ਰਹੇ ਨੇ। ਇਹ ਸੁਣ ਕੇ ਕੰਪਨੀ ਹੌਲਦਾਰ ਨੇ ਹੌਲਦਾਰ ਕਰਮ ਸਿੰਘ ਨੂੰ ਕੰਪਨੀ ਇਕੱਠੀ ਕਰਨ ਦਾ ਆਰਡਰ ਦਿੱਤਾ। ਉਧਰੋਂ ਗੁਰਦੁਆਰੇ 'ਚ ਸਾਰੇ ਸਿੰਘਾਂ ਨੇ ਮਤਾ ਪਕਾ ਲਿਆ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਕਾਰਾ ਛੱਡਿਆ ਜਾਵੇਗਾ, ਉਸੇ ਵੇਲੇ ਗੱਡੀਆਂ 'ਚ ਹਥਿਆਰ ਲੱਦ ਕੇ ਚਾਲੇ ਪਾ ਦੇਣੇ ਨੇ। ਐਨੇ ਚਿਰ ਨੂੰ ਇੱਕ ਜਵਾਨ ਨੇ ਆ ਕੇ ਦੱਸਿਆ ਕਿ ਹੌਲਦਾਰ ਕਰਮ ਸਿੰਘ ਨੇ ਕੰਪਨੀ ਇਕੱਠੀ ਕਰਨ ਲਈ ਵਿਸਲ ਕਰ ਦਿੱਤੀ ਹੈ ਤੇ ਉਹ ਕੰਪਨੀ ਇਕੱਠੀ ਕਰ ਰਿਹਾ। ਹੁਣ ਤੱਕ ਰਾਤ ਦੇ ਪੌਣੇ 11 ਵੱਜ ਚੁੱਕੇ ਸਨ ਤੇ ਸਾਰੇ ਸਿੰਘ 12 ਵੱਜਣ ਦੀ ਉਡੀਕ ਕਰ ਰਹੇ ਸਨ। ਜਦੋਂ ਹੌਲਦਾਰ ਵੱਲੋਂ ਕੰਪਨੀ ਇਕੱਠੀ ਕਰਨ ਬਾਰੇ ਪਤਾ ਲੱਗਾ, ਸਾਰੇ ਜਵਾਨ ਉਧਰ ਨੂੰ ਤੁਰ ਪਏ। ਗੁੱਸੇ ਵਿੱਚ ਕਈ ਫੌਜੀ ਸਿੰਘਾਂ ਨੇ ਹੱਥਾਂ 'ਚ ਰੌੜਾਂ, ਡੰਡੇ ਤੇ ਹੋਰ ਜੋ ਕੁਝ ਵੀ ਆਇਆ ਉਹ ਲੈ ਲਿਆ। ਕੁਝ ਜਵਾਨਾਂ ਨੇ ਜਾਂਦਿਆਂ ਹੀ ਕਰਮ ਸਿੰਘ ਨੂੰ ਪੁੱਛਿਆ, "ਤੁਸੀਂ ਕੰਪਨੀ ਕਿਉਂ ਇਕੱਠੀ ਕਰ ਰਹੇ ਹੋ?" ਉਸਨੇ ਆਕੜ 'ਚ ਜਵਾਬ ਦਿੱਤਾ, "ਮੇਰੀ ਮਰਜ਼ੀ।" ਇਹ ਸੁਣ ਕੇ ਸਿੰਘਾਂ ਨੇ ਕਰਮ ਸਿੰਘ ਨੂੰ ਉੱਥੇ ਹੀ ਢਾਲਿਆ ਕਹਿੰਦੇ ਤੇ ਕੁੱਟਣ ਲੱਗ ਪਏ। ਐਨੇ ਚਿਰ ਨੂੰ ਕੰਪਨੀ ਹੌਲਦਾਰ ਸਤਨਾਮ ਸਿੰਘ ਵੀ ਆਣ ਪਹੁੰਚਿਆ ਅਤੇ ਜਵਾਨਾਂ ਨੇ ਉਹਨੂੰ ਵੀ ਢਾਲਿਆ। ਹੌਲਦਾਰ ਅਤੇ ਕੰਪਨੀ ਹੌਲਦਾਰ ਦਾ ਕਟਾਪਾ ਇੱਕ ਅਣਕਿਆਸੀ ਘਟਨਾ ਸੀ, ਪਰ ਸ਼੍ਰੀ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਦੀ ਗੱਲ ਨਾਲ ਸਿੱਖ ਫੌਜੀ ਜਵਾਨ ਰੋਹ ਨਾਲ ਭਰੇ ਪਿੱਤੇ ਪਏ ਸਨ। ਹਾਲਾਤ ਵੇਖ ਕੇ ਮੋਢੀ ਸਿੰਘਾਂ ਨੇ ਕਿਹਾ ਵੀ ਹੁਣ 12 ਵਜੇ ਦੀ ਉਡੀਕ ਕਰਨੀ ਠੀਕ ਨਹੀਂ ਤੇ ਚਾਲੇ ਹੁਣੇ ਹੀ ਪਾ ਦੇਣੇ ਚਾਹੀਦੇ ਨੇ। ਇਹ ਸਲਾਹ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਜਕਾਰਾ ਛੱਡ ਦਿੱਤਾ ਗਿਆ। ਕਹਿੰਦੇ ਜਿਵੇਂ ਕਿ ਪਹਿਲਾਂ ਹੀ ਨਿਰਧਾਰਤ ਸੀ, ਇਹ ਜਕਾਰਾ ਇੱਕ ਕਿਸਮ ਦਾ ਸਿਗਨਲ ਸੀ, ਜਿਸ ਨੂੰ ਸੁਣਦਿਆਂ ਹੀ ਫੌਜੀ ਗੱਡੀਆਂ ਇੱਕਦਮ ਖਿਲਰ ਗਈਆਂ। ਗੱਡੀਆਂ ਦੇ ਵਿੱਚ ਹਥਿਆਰ ਤੇ ਗੋਲੀ ਸਿੱਕਾ ਲੱਦ ਲਿਆ ਗਿਆ। ਇਸ ਸੰਬੰਧੀ ਮੌਕੇ ਤੇ ਕਬਜ਼ੇ 'ਚ ਕੀਤੇ ਗਏ ਹਥਿਆਰਾਂ ਤੇ ਗੋਲੀ ਸਿੱਕੇ ਦੀ ਕੋਈ ਗਿਣਤੀ ਨਹੀਂ ਸੀ ਕੀਤੀ ਗਈ, ਪਰ ਬਾਅਦ 'ਚ ਸਰਕਾਰ ਵੱਲੋਂ ਪੇਸ਼ ਕੀਤੇ ਵੇਰਵੇ ਦੇ ਅਨੁਸਾਰ ਇਹਨਾਂ ਹਥਿਆਰਾਂ ਦਾ ਵੇਰਵਾ ਇਸ ਤਰ੍ਹਾਂ ਸੀ: 6 RCL ਜੀਪ ਤੇ ਫਿੱਟ ਹੋਣ ਵਾਲੀਆਂ ਗੰਨਾਂ ਜੋ ਟੈਂਕ ਤੋੜਨ ਲਈ ਵਰਤੀਆਂ ਜਾਂਦੀਆਂ ਹਨ, 43 LMG ਲਾਈਟ ਮਸ਼ੀਨ ਗੰਨਾਂ, 16 ਰਾਕਟ ਲਾਂਚਰ, 256 SLR, 185 ਸਟੇਨ ਗੰਨਾਂ ਅਤੇ ਥੱਬਿਆਂ ਦੇ ਹਿਸਾਬ ਨਾਲ ਗੋਲੀ ਸਿੱਕਾ ਤੇ ਰੌਂਦ। ਸੋ ਇਸ ਤਰ੍ਹਾਂ ਇਹਨਾਂ ਧਰਮੀ ਸਿੰਘਾਂ ਵੱਲੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਚਾਲੇ ਪਾ ਦੇਣ ਨਾਲ ਕੋਈ ਪੁਖਤਾ ਯੋਜਨਾ ਨਾ ਬਣ ਸਕੀ। ਪਹਿਲਾਂ ਤਾਂ ਮੋਢੀ ਸਿੰਘ ਇਹ ਵਿਚਾਰ ਕਰ ਰਹੇ ਸਨ ਕਿ ਪੰਜਾਬ ਵੱਲ ਜਾਣ ਦੀ ਬਜਾਏ ਗੰਗਾ ਨਗਰ ਨੂੰ ਹੀ ਕਾਬੂ ਕਰ ਲਿਆ ਜਾਵੇ, ਜਾਂ ਫਿਰ ਨੇੜੇ ਪੈਂਦੇ RSS ਪੁਰਾ ਤੇ ਧਾਵਾ ਬੋਲ ਕੇ ਬਾਰਡਰ ਖੋਲ੍ਹ ਦਿੱਤਾ ਜਾਵੇ। ਪਰ ਤਾਜ਼ਾ ਹਾਲਾਤ ਅਨੁਸਾਰ ਇਹਨਾਂ ਧਰਮੀ ਸਿੱਖ ਫੌਜੀਆਂ ਦੀਆਂ ਗੱਡੀਆਂ ਦਾ ਕਾਫਲਾ ਸ਼੍ਰੀ ਅੰਮ੍ਰਿਤਸਰ ਵੱਲ ਨੂੰ ਹੋ ਤੁਰਿਆ। ਦੋਸਤੋ, ਇਸ ਤਰ੍ਹਾਂ ਲਾਲਗੜ੍ਹ ਜੱਟਾਂ ਛਾਉਣੀ ਦੇ ਫੌਜੀ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ। ਸੋ ਇਹ ਜਿਹੜੀ ਸਾਰੀ ਜਾਣਕਾਰੀ ਹੈ ਜੀ, ਇਹ ਕਿਤਾਬ ਬੇਪਰਵਾਹ ਯੋਧਾ ਵਿੱਚ ਦਰਜ ਹੈ, ਜੋ ਕਿ ਬਲਜੀਤ ਸਿੰਘ ਖਾਲਸਾ ਜੀ ਨੇ ਲਿਖੀ ਹੋਈ ਹੈ। ਸੋ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਸਾਹਮਣੇ ਪਹਿਲਾਂ ਵੀ ਲੈ ਕੇ ਪੇਸ਼ ਹੁੰਦੇ ਰਹੇ ਹਾਂ, ਅੱਗੇ ਵੀ ਪੇਸ਼ ਹੁੰਦੇ ਰਵਾਂਗੇ। ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।